ਸਤਿ ਸ੍ਰੀ ਅਕਾਲ। ਅੱਜ ਕੱਲ ਆਪਾਂ ਖਰੀਦਦਾਰੀ ਤੋਂ ਲੈ ਕੇ ਸਰਕਾਰੀ ਕੰਮਾਂ ਤੱਕ ਸਭ ਕੁਝ ਡਿਜੀਟਲ ਤਰੀਕੇ ਨਾਲ ਕਰ ਰਹੇ ਹਾਂ। ਪਰ ਕਦੇ ਸੋਚਿਆ ਇਸ ਦਾ ਅਸਲ ਮਤਲਬ ਕੀ ਹੈ? ਤਾਂ ਅੱਜ ਆਪਾਂ ਇਹੀ ਸਮਝਾਂਗੇ। ਆਪਾਂ ਦੋ ਬਹੁਤ ਹੀ ਜ਼ਰੂਰੀ ਵਿਸ਼ਿਆਂ ਤੇ ਗੱਲ ਕਰਾਂਗੇ, ਡਿਜੀਟਾਈਜੇਸ਼ਨ ਅਤੇ ਈ-ਗਵਰਨੈਂਸ। ਦੇਖਦੇ ਹਾਂ ਕਿ ਇਹ ਤਕਨੀਕਾਂ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਬਦਲ ਰਹੀਆਂ ਨੇ। ਤਾਂ ਆਪਾਂ ਕੀ ਦੇਖਾਂਗੇ? ਸਭ ਤੋਂ ਪਹਿਲਾਂ ਸਮਝਾਂਗੇ ਕਿ ਡਿਜੀਟਾਈਜੇਸ਼ਨ ਹੈ ਕੀ। ਫਿਰ ਉਹਨਾਂ ਸੰਦਾਂ ਤੇ ਨਜ਼ਰ ਮਾਰਾਂਗੇ ਜੋ ਆਪਾਂ ਰੋਜ਼ ਵਰਤਦੇ ਹਾਂ। ਇਸ ਤੋਂ ਬਾਅਦ ਈ-ਗਵਰਨੈਂਸ ਦੀ ਗੱਲ ਕਰਾਂਗੇ ਕਿ ਸਰਕਾਰ ਸਾਡੇ ਤੱਕ ਕਿਵੇਂ ਪਹੁੰਚ ਰਹੀ ਹੈ, ਇਸ ਦੇ ਕੀ ਰੂਪ ਤੇ ਫਾਇਦੇ ਨੇ, ਤੇ ਅਖੀਰ ਵਿੱਚ ਸਮਾਰਟ ਗਵਰਨੈਂਸ ਤੇ ਆਧਾਰ ਬਾਰੇ ਜਾਣਾਂਗੇ। ਚਲੋ ਫਿਰ ਸ਼ੁਰੂ ਕਰੀਏ। ਚਲੋ ਫਿਰ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਦੇ ਹਾਂ। ਆਪਾਂ ਡਿਜੀਟਾਈਜੇਸ਼ਨ ਸ਼ਬਦ ਤਾਂ ਹਰ ਪਾਸੇ ਸੁਣਦੇ ਹਾਂ, ਪਰ ਇਹ ਹੈ ਕੀ ਭਲਾ? ਆਓ ਇਸ ਨੂੰ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝੀਏ। ਇਹਦਾ ਮਤਲਬ ਬਹੁਤ ਹੀ ਸਿੱਧਾ-ਸਾਦਾ ਹੈ। ਕਿਸੇ ਵੀ ਜਾਣਕਾਰੀ ਨੂੰ, ਭਾਵੇਂ ਉਹ ਕਿਤਾਬ ਹੋਵੇ, ਫੋਟੋ ਹੋਵੇ ਜਾਂ ਕੋਈ ਫਾਈਲ, ਉਸ ਨੂੰ ਕੰਪਿਊਟਰ ਦੀ ਭਾਸ਼ਾ ਵਿੱਚ ਬਦਲ ਦੇਣਾ। ਮਤਲਬ ਕਿ ਬਿਟਸ ਵਿੱਚ, 0 ਅਤੇ 1 ਵਿੱਚ। ਬਸ ਇਹੀ ਹੈ। ਇਹੀ ਛੋਟੀ ਜੀ ਗੱਲ ਅੱਜ ਦੇ ਹਰ ਡਿਜੀਟਲ ਕੰਮ ਦੀ ਨੀਂਹ ਹੈ। ਜੇ ਸਮਝ ਆ ਗਿਆ ਤਾਂ ਸਮਝੋ ਸਾਰਾ ਟੌਪਿਕ ਕਲੀਅਰ ਹੈ। ਖਾਸ ਕਰਕੇ ਪੇਪਰਾਂ ਵਿੱਚ ਜਵਾਬ ਲਿਖਣ ਵੇਲੇ ਇਹ ਬਹੁਤ ਕੰਮ ਆਵੇਗਾ। ਇਸ ਤਸਵੀਰ ਤੋਂ ਸਭ ਸਾਫ਼ ਹੋ ਜਾਂਦਾ ਹੈ। ਦੇਖੋ, ਕਾਗਜ਼ਾਂ ਨੂੰ ਸਕੈਨ ਕਰਕੇ ਡੇਟਾ ਬਣਾਇਆ ਜਾਂਦਾ ਹੈ, ਤੇ ਇੱਕ ਵਾਰ ਇਹ ਡੇਟਾ ਬਣ ਗਿਆ ਫਿਰ ਤਾਂ ਇਹਨੂੰ ਕਿਤੋਂ ਵੀ, ਕਿਸੇ ਵੀ ਫੋਨ ਜਾਂ ਕੰਪਿਊਟਰ ਤੋਂ ਦੇਖਿਆ ਜਾ ਸਕਦਾ ਹੈ, ਸ਼ੇਅਰ ਕੀਤਾ ਜਾ ਸਕਦਾ ਹੈ। ਸੋਚੋ, ਇੱਕ ਕਾਗਜ਼ ਤੋਂ ਇੱਕ ਐਸੀ ਜਾਣਕਾਰੀ ਬਣ ਗਈ ਜੋ ਕਿਤੇ ਵੀ ਪਹੁੰਚ ਸਕਦੀ ਹੈ। ਇਹ ਬਦਲਾਅ ਬਹੁਤ ਵੱਡਾ ਹੈ। ਇਸਨੇ ਕੰਮ ਕਰਨ ਦੇ ਤਰੀਕੇ ਹੀ ਬਦਲ ਦਿੱਤੇ। ਤਾਂ ਬੇਸਿਕ ਤਾਂ ਆਪਾਂ ਸਮਝ ਲਿਆ। ਹੁਣ ਦੇਖਦੇ ਹਾਂ ਕਿ ਡਿਜੀਟਾਈਜੇਸ਼ਨ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਕਿੱਥੇ-ਕਿੱਥੇ ਹੈ। ਸੱਚ ਤਾਂ ਇਹ ਹੈ ਕਿ ਇਹ ਸੰਦ ਇੰਨੇ ਆਮ ਹੋ ਗਏ ਨੇ ਕਿ ਆਪਾਂ ਕਈ ਵਾਰ ਧਿਆਨ ਵੀ ਨਹੀਂ ਦਿੰਦੇ। ਈ-ਕਾਮਰਸ ਤਾਂ ਸਭ ਤੋਂ ਵੱਡੀ ਉਦਾਹਰਣ ਹੈ। ਪਰ ਸਾਰੀ ਆਨਲਾਈਨ ਖਰੀਦਦਾਰੀ ਇੱਕੋ ਜਿਹੀ ਨਹੀਂ ਹੁੰਦੀ। ਇਹਦੀਆਂ 4 ਮੁੱਖ ਕਿਸਮਾਂ ਹੁੰਦੀਆਂ ਨੇ। B2B, ਜਦੋਂ ਇੱਕ ਕੰਪਨੀ ਦੂਜੀ ਨੂੰ ਸਮਾਨ ਵੇਚੇ। ਫਿਰ ਆਉਂਦਾ B2C, ਜੋ ਆਪਾਂ ਸਭ ਤੋਂ ਵੱਧ ਵਰਤਦੇ ਹਾਂ, ਜਿਵੇਂ Amazon ਜਾਂ Flipkart ਤੋਂ ਖਰੀਦਣਾ। C2C ਦਾ ਮਤਲਬ ਹੈ ਜਦੋਂ ਆਪਾਂ ਇੱਕ ਦੂਜੇ ਨੂੰ ਵੇਚਦੇ ਹਾਂ, ਜਿਵੇਂ OLX ਤੇ ਪੁਰਾਣਾ ਸਮਾਨ ਵੇਚਣਾ। ਤੇ ਆਖਰੀ ਹੈ C2B, ਜਿੱਥੇ ਕੋਈ ਬੰਦਾ ਆਪਣੀ ਸੇਵਾ ਕੰਪਨੀ ਨੂੰ ਦਿੰਦਾ, ਜਿਵੇਂ ਕੋਈ ਡਿਜ਼ਾਈਨਰ ਕਿਸੇ ਕੰਪਨੀ ਲਈ ਲੋਗੋ ਬਣਾਵੇ। ਪਰ ਹਰ ਚੀਜ਼ ਦੇ ਦੋ ਪਾਸੇ ਹੁੰਦੇ ਨੇ, ਹੈ ਨਾ? ਫਾਇਦਾ ਤਾਂ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਵੀ ਵੇਲੇ ਖਰੀਦਦਾਰੀ ਕਰ ਸਕਦੇ ਹਾਂ। ਪਰ ਨੁਕਸਾਨ ਵੀ ਨੇ, ਜਿਵੇਂ ਕਿ ਸਾਡੀ ਪੇਮੈਂਟ ਦੀ ਜਾਣਕਾਰੀ ਸੁਰੱਖਿਅਤ ਹੈ, ਕਿ ਜੋ ਚੀਜ਼ ਦਿਖਾਈ ਜਾ ਰਹੀ ਹੈ ਉਹੀ ਮਿਲੇਗੀ, ਤੇ ਸਭ ਤੋਂ ਵੱਡੀ ਗੱਲ, ਚੀਜ਼ ਨੂੰ ਹੱਥ ਲਾ ਕੇ ਪਰਖਣ ਦਾ ਮੌਕਾ ਨਹੀਂ ਮਿਲਦਾ। ਪੇਪਰ ਦੇ ਹਿਸਾਬ ਨਾਲ ਇਹ ਦੋਵੇਂ ਪੱਖ ਸਮਝਣੇ ਬਹੁਤ ਜ਼ਰੂਰੀ ਨੇ। ਪਰ ਸੋਚੋ, ਇਹ ਸਾਰੀ ਆਨਲਾਈਨ ਦੁਨੀਆ ਚਲਦੀ ਕਿਵੇਂ ਹੈ? ਪੈਸਿਆਂ ਨਾਲ, ਯਾਨੀ ਡਿਜੀਟਲ ਪੇਮੈਂਟ ਨਾਲ। ਇਹ ਡਿਜੀਟਲ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਤੇ ਸਮੇਂ ਦੇ ਨਾਲ ਪੇਮੈਂਟ ਕਰਨ ਦੇ ਤਰੀਕੇ ਵੀ ਬਹੁਤ ਬਦਲੇ ਨੇ। ਸ਼ੁਰੂਆਤ ਹੋਈ ਸੀ ਪਲਾਸਟਿਕ ਦੇ ਕਾਰਡਾਂ ਤੋਂ। ਕ੍ਰੈਡਿਟ ਤੇ ਡੈਬਿਟ ਕਾਰਡ ਇਸ ਕ੍ਰਾਂਤੀ ਦੀ ਪਹਿਲੀ ਲਹਿਰ ਸੀ। ਪਹਿਲੀ ਵਾਰ ਹੋਇਆ ਕਿ ਜੇਬ ਵਿੱਚ ਕੈਸ਼ ਤੋਂ ਬਿਨਾਂ ਸਿੱਧਾ ਬੈਂਕ ਖਾਤੇ ਤੋਂ ਪੇਮੈਂਟ ਹੋ ਸਕਦੀ ਸੀ। ਇਹ ਕੈਸ਼ ਤੋਂ ਡਿਜੀਟਲ ਵੱਲ ਪਹਿਲਾ ਵੱਡਾ ਕਦਮ ਸੀ। ਇਸ ਤੋਂ ਬਾਅਦ ਆਈ ਨੈੱਟ ਬੈਂਕਿੰਗ, ਤੇ ਇਸਨੇ ਤਾਂ ਸਭ ਕੁਝ ਹੀ ਬਦਲ ਦਿੱਤਾ। ਹੁਣ ਪੈਸੇ ਭੇਜਣ ਲਈ ਬੈਂਕ ਦੀਆਂ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਸੀ। ਬਸ ਘਰ ਬੈਠੇ ਕੰਪਿਊਟਰ ਤੇ ਲੌਗਇਨ ਕਰੋ ਤੇ ਕੰਮ ਹੋ ਗਿਆ। ਸੋਚੋ ਕਿੰਨੀ ਵੱਡੀ ਸਹੂਲਤ ਸੀ ਇਹ। ਤੇ ਅੱਜ ਦਾ ਦੌਰ ਹੈ ਮੋਬਾਈਲ ਪੇਮੈਂਟ ਦਾ। ਖਾਸ ਕਰਕੇ ਭਾਰਤ ਵਿੱਚ UPI ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ, ਭੀਮ ਵਰਗੀਆਂ ਐਪਸ ਨਾਲ ਬਸ ਇੱਕ QR ਕੋਡ ਸਕੈਨ ਕਰੋ ਤੇ ਪੇਮੈਂਟ ਸਿੱਧੀ ਇੱਕ ਬੈਂਕ ਖਾਤੇ ਤੋਂ ਦੂਜੇ ਵਿੱਚ। ਇਸਨੇ ਕਰੋੜਾਂ ਲੋਕਾਂ ਲਈ ਡਿਜੀਟਲ ਪੇਮੈਂਟਸ ਨੂੰ ਬੱਚਿਆਂ ਦੀ ਖੇਡ ਬਣਾ ਦਿੱਤਾ। ਡਿਜੀਟਲਾਈਜੇਸ਼ਨ ਨੇ ਸਿਰਫ ਪੈਸੇ ਥੇਲੇ ਦੇ ਕੰਮ ਨਹੀਂ ਬਦਲੇ, ਸਿੱਖਿਆ ਤੇ ਵੀ ਬਹੁਤ ਵੱਡਾ ਅਸਰ ਪਾਇਆ ਹੈ। ਈ-ਲਰਨਿੰਗ ਨਾਲ ਗਿਆਨ ਹੁਣ ਸਭ ਦੀ ਪਹੁੰਚ ਵਿੱਚ ਹੈ। MOOCs ਤੇ ਭਾਰਤ ਵਿੱਚ ਸਵਯਮ ਵਰਗੇ ਪਲੇਟਫਾਰਮਸ ਵੱਡੀਆਂ ਯੂਨੀਵਰਸਿਟੀਆਂ ਦੇ ਕੋਰਸ ਮੁਫਤ ਵਿੱਚ ਦੇ ਰਹੇ ਨੇ। ਮਤਲਬ ਹੁਣ ਗਿਆਨ ਕਿਸੇ ਕਲਾਸਰੂਮ ਦੀਆਂ ਕੰਧਾਂ ਵਿੱਚ ਕੈਦ ਨਹੀਂ ਹੈ। ਅੱਛਾ, ਆਪਣੇ ਜ਼ਰੂਰੀ ਕਾਗਜ਼ਾਂ ਬਾਰੇ ਸੋਚੋ। ਲਾਇਸੈਂਸ, ਸਰਟੀਫਿਕੇਟ, ਇਹਨਾਂ ਨੂੰ ਹਰ ਵੇਲੇ ਨਾਲ ਚੁੱਕੀ ਫਿਰਨਾ ਕਿੰਨਾ ਔਖਾ ਹੈ, ਤੇ ਗੁਆਚਣ ਦਾ ਡਰ ਵੱਖਰਾ ਹੈ। ਇਸੇ ਦਾ ਹੱਲ ਹੈ ਡਿਜੀਲੌਕਰ। ਇਹ ਸਮਝ ਲਓ ਕਿ ਤੁਹਾਡੇ ਸਾਰੇ ਜ਼ਰੂਰੀ ਕਾਗਜ਼ਾਂ ਲਈ ਇੱਕ ਸਰਕਾਰੀ ਡਿਜੀਟਲ ਤਿਜੋਰੀ ਹੈ, ਜਿੱਥੇ ਮਰਜ਼ੀ, ਜਦੋਂ ਮਰਜ਼ੀ ਆਪਣੇ ਫੋਨ ਤੋਂ ਦਿਖਾਓ। ਨਾ ਕਾਗਜ਼ ਦੀ ਚਿੰਤਾ, ਨਾ ਗੁਆਚਣ ਦਾ ਡਰ। ਜਿੰਨੇ ਵੀ ਡਿਜੀਟਲ ਸੰਦ ਆਪਾਂ ਹੁਣ ਤੱਕ ਦੇਖੇ ਨੇ, ਇਹ ਸਿਰਫ ਸਾਡੇ ਲਈ ਹੀ ਨਹੀਂ, ਸਰਕਾਰ ਲਈ ਵੀ ਬਹੁਤ ਫਾਇਦੇਮੰਦ ਨੇ। ਤੇ ਜਦੋਂ ਸਰਕਾਰ ਇਹਨਾਂ ਸੰਦਾਂ ਨੂੰ ਵਰਤਦੀ ਹੈ ਤਾਂ ਸ਼ੁਰੂ ਹੁੰਦਾ ਹੈ ਈ-ਗਵਰਨੈਂਸ ਦਾ ਦੌਰ। ਈ-ਗਵਰਨੈਂਸ ਦਾ ਮਤਲਬ ਬਹੁਤ ਸੌਖਾ ਹੈ। ਸਰਕਾਰ ਉਹੀ ਤਕਨਾਲੋਜੀ ਵਰਤ ਰਹੀ ਹੈ ਜੋ ਵੱਡੀਆਂ ਕੰਪਨੀਆਂ ਵਰਤਦੀਆਂ ਨੇ, ਤਾਂ ਕਿ ਸੇਵਾਵਾਂ ਬਿਹਤਰ ਹੋ ਸਕਣ। ਮਤਲਬ ਦਫ਼ਤਰਾਂ ਦੀਆਂ ਲੰਬੀਆਂ ਲਾਈਨਾਂ ਦੀ ਬਜਾਏ ਹੁਣ ਪਾਸਪੋਰਟ ਆਨਲਾਈਨ ਅਪਲਾਈ ਹੋ ਜਾਂਦਾ ਹੈ। ਹਰ ਕਦਮ ਤੇ ਪਤਾ ਲੱਗਦਾ ਹੈ ਕਿ ਤੁਹਾਡੀ ਅਰਜ਼ੀ ਕਿੱਥੇ ਪਹੁੰਚੀ। ਇਸ ਦਾ ਮਕਸਦ ਇੱਕ ਐਸੀ ਸਰਕਾਰ ਬਣਾਉਣਾ ਹੈ ਜੋ ਲੋਕਾਂ ਲਈ ਕੰਮ ਕਰੇ, ਤੇਜ਼ੀ ਨਾਲ ਤੇ ਪਾਰਦਰਸ਼ੀ ਤਰੀਕੇ ਨਾਲ। ਪਰ ਈ-ਗਵਰਨੈਂਸ ਸਿਰਫ ਇੱਕ ਵੈਬਸਾਈਟ ਨਹੀਂ ਹੈ,
ਇਹ ਤਾਂ ਇੱਕ ਪੂਰਾ ਸਿਸਟਮ ਹੈ। ਆਓ ਥੋੜਾ ਡੂੰਘਾਈ ਵਿੱਚ ਦੇਖੀਏ ਕਿ ਇਹ ਕੰਮ ਕਿਵੇਂ ਕਰਦਾ ਹੈ ਤੇ ਇਸ ਦੇ ਅਸਲ ਫਾਇਦੇ ਕੀ ਨੇ। ਇਸ ਤਸਵੀਰ ਵਿੱਚ ਦੇਖੋ, ਜਾਣਕਾਰੀ ਹਰ ਪਾਸੇ ਜਾ ਰਹੀ ਹੈ। G2C ਦਾ ਮਤਲਬ ਹੈ ਸਰਕਾਰ ਤੋਂ ਨਾਗਰਿਕ, ਜਿਵੇਂ ਆਪਾਂ ਆਨਲਾਈਨ ਟੈਕਸ ਭਰਦੇ ਹਾਂ। G2B ਯਾਨੀ ਸਰਕਾਰ ਤੋਂ ਬਿਜ਼ਨਸ, ਜਦੋਂ ਕੰਪਨੀਆਂ ਲਾਇਸੈਂਸ ਵਗੈਰਾ ਲੈਂਦੀਆਂ ਨੇ। ਤੇ G2G ਜਦੋਂ ਸਰਕਾਰ ਦੇ ਵੱਖ-ਵੱਖ ਵਿਭਾਗ ਆਪਸ ਵਿੱਚ ਗੱਲ ਕਰਦੇ ਨੇ। ਹਰ ਇੱਕ ਦਾ ਮਕਸਦ ਇੱਕੋ ਹੈ, ਕੰਮ ਨੂੰ ਸੌਖਾ ਤੇ ਤੇਜ਼ ਬਣਾਉਣਾ। ਤਾਂ ਇਸ ਸਭ ਦਾ ਫਾਇਦਾ ਕੀ ਹੋਇਆ? ਸਿੱਧੇ ਸ਼ਬਦਾਂ ਵਿੱਚ ਘੱਟ ਖੱਜਲ-ਖੁਆਰੀ। ਜਦੋਂ ਸਭ ਕੁਝ ਆਨਲਾਈਨ ਹੈ ਤਾਂ ਲੋਕਾਂ ਦਾ ਸਮਾਂ ਬਚਦਾ ਹੈ ਤੇ ਸਰਕਾਰ ਦੇ ਪੈਸੇ। ਜਦੋਂ ਸਭ ਕੁਝ ਰਿਕਾਰਡ ਤੇ ਹੈ ਤਾਂ ਪਾਰਦਰਸ਼ਤਾ ਆਉਂਦੀ ਹੈ ਤੇ ਅਫਸਰਾਂ ਦੀ ਜਵਾਬਦੇਹੀ ਵੀ ਤੈਅ ਹੁੰਦੀ ਹੈ। ਇਹ ਇੱਕ ਐਸੀ ਸਰਕਾਰ ਬਣਾਉਣ ਵੱਲ ਕਦਮ ਹੈ ਜੋ ਸੱਚਮੁੱਚ ਲੋਕਾਂ ਦੀ ਸੇਵਾ ਕਰੇ। ਪਰ ਸੋਚੋ, ਇਹਨਾਂ ਸਾਰੀਆਂ ਆਨਲਾਈਨ ਸੇਵਾਵਾਂ ਲਈ ਇੱਕ ਚੀਜ਼ ਬਹੁਤ ਜ਼ਰੂਰੀ ਹੈ, ਇੱਕ ਭਰੋਸੇਯੋਗ ਡਿਜੀਟਲ ਪਹਿਚਾਣ। ਇਹ ਕਿਵੇਂ ਪਤਾ ਲੱਗੇਗਾ ਕਿ ਸਹੀ ਬੰਦੇ ਨੂੰ ਸਹੀ ਸੇਵਾ ਮਿਲ ਰਹੀ ਹੈ? ਇੱਥੇ ਆਉਂਦੀ ਹੈ ਸਾਡੇ ਆਖਰੀ ਵਿਸ਼ੇ ਦੀ ਗੱਲ, ਸਮਾਰਟ ਗਵਰਨੈਂਸ ਤੇ ਆਧਾਰ ਦੀ ਭੂਮਿਕਾ। ਤਾਂ ਫਿਰ ਇਹ ਆਧਾਰ ਹੈ ਕੀ? ਇਹ ਸਵਾਲ ਭਾਰਤ ਦੇ ਪੂਰੇ ਡਿਜੀਟਲ ਸਿਸਟਮ ਦੇ ਕੇਂਦਰ ਵਿੱਚ ਹੈ। ਦੇਖੋ, ਆਧਾਰ ਸਿਰਫ ਇੱਕ 12 ਅੰਕਾਂ ਦਾ ਨੰਬਰ ਨਹੀਂ, ਇਹ ਇੱਕ ਵਿਲੱਖਣ ਪਹਿਚਾਣ ਹੈ, ਕਿਉਂਕਿ ਇਹ ਸਾਡੇ ਬਾਇਓਮੈਟ੍ਰਿਕਸ ਯਾਨੀ ਸਾਡੇ ਫਿੰਗਰਪ੍ਰਿੰਟ ਤੇ ਅੱਖਾਂ ਦੇ ਸਕੈਨ ਨਾਲ ਜੁੜਿਆ ਹੈ। ਇਸੇ ਕਰਕੇ ਇਸ ਦੀ ਨਕਲ ਕਰਨੀ ਬਹੁਤ ਔਖੀ ਹੈ। ਇਹ ਸਿਰਫ ਪਹਿਚਾਣ ਦਾ ਸਬੂਤ ਨਹੀਂ, ਬਲਕਿ ਆਨਲਾਈਨ ਦੁਨੀਆ ਵਿੱਚ ਇਹ ਸਾਬਤ ਕਰਨ ਦਾ ਇੱਕ ਪੱਕਾ ਤਰੀਕਾ ਹੈ ਕਿ ਤੁਸੀਂ ਉਹੀ ਹੋ ਜੋ ਤੁਸੀਂ ਕਹਿ ਰਹੇ ਹੋ। ਤੇ ਇਹੀ ਪੱਕੀ ਡਿਜੀਟਲ ਪਹਿਚਾਣ ਹੁਣ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਜ਼ਰੂਰੀ ਹੋ ਗਈ ਹੈ। ਬੈਂਕ ਖਾਤਾ ਖੁਲਵਾਉਣਾ ਹੋਵੇ, ਨਵਾਂ ਸਿਮ ਲੈਣਾ ਹੋਵੇ ਜਾਂ ਸਰਕਾਰੀ ਸਬਸਿਡੀ ਲੈਣੀ ਹੋਵੇ, ਹਰ ਥਾਂ ਆਧਾਰ ਦੀ ਲੋੜ ਪੈਂਦੀ ਹੈ। ਇਹ ਉਹ ਨਹੀਂ ਹੈ ਜਿਸ ਤੇ ਈ-ਗਵਰਨੈਂਸ ਦੀ ਪੂਰੀ ਇਮਾਰਤ ਖੜੀ ਹੈ। ਤਾਂ ਜਦੋਂ ਆਪਾਂ ਸਾਰੀ ਗੱਲ ਨੂੰ ਜੋੜ ਕੇ ਦੇਖਦੇ ਹਾਂ ਤਾਂ ਇੱਕ ਗੱਲ ਬਿਲਕੁਲ ਸਾਫ਼ ਹੈ, ਭਾਵੇਂ ਉਹ ਇੱਕ ਛੋਟੇ ਜਿਹੇ ਕਾਗਜ਼ ਨੂੰ ਡਿਜੀਟਲ ਬਣਾਉਣਾ ਹੋਵੇ ਜਾਂ ਆਧਾਰ ਵਰਗਾ ਵੱਡਾ ਸਿਸਟਮ, ਮਕਸਦ ਇੱਕੋ ਹੀ ਹੈ, ਟੈਕਨੋਲੋਜੀ ਦੀ ਮਦਦ ਨਾਲ ਸਰਕਾਰ ਤੇ ਲੋਕਾਂ ਵਿਚਲੀ ਦੂਰੀ ਨੂੰ ਘੱਟ ਕਰਨਾ, ਰੁਕਾਵਟਾਂ ਨੂੰ ਖਤਮ ਕਰਨਾ। ਇਸ ਦੇ ਨਾਲ ਹੀ ਆਪਾਂ ਇਸ ਵਿਸ਼ਲੇਸ਼ਣ ਦੇ ਅੰਤ ਤੇ ਪਹੁੰਚ ਗਏ ਹਾਂ, ਪਰ ਟੈਕਨੋਲੋਜੀ ਦਾ ਸਫ਼ਰ ਕਦੇ ਨਹੀਂ ਰੁਕਦਾ ਤੇ ਇਹ ਸਾਨੂੰ ਇੱਕ ਬਹੁਤ ਵੱਡੇ ਸਵਾਲ ਦੇ ਨਾਲ ਛੱਡ ਜਾਂਦਾ ਹੈ, ਸਹੂਲਤ ਤੇ ਸੁਰੱਖਿਆ ਵਿੱਚ ਸਹੀ ਸੰਤੁਲਨ ਕਿੱਥੇ ਹੈ? ਜਿਵੇਂ-ਜਿਵੇਂ ਟੈਕਨੋਲੋਜੀ ਹੋਰ ਅੱਗੇ ਵਧੇਗੀ, ਅਸੀਂ ਆਪਣੀ ਨਿਜਤਾ ਦੀ ਰੱਖਿਆ ਕਰਦੇ ਹੋਏ ਇਸ ਦੇ ਫਾਇਦੇ ਕਿਵੇਂ ਲੈ ਸਕਦੇ ਹਾਂ? ਇਹ ਉਹ ਸਵਾਲ ਹੈ ਜਿਸ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ। ਇਸ ਚਰਚਾ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ।